ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ TV GURGYAN TV ਗੁਰਗਿਆਨ TV ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ TV ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ TV ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਤੁਸੀਂ ਘਰ ਘਰ ਤੱਕ ਪਹੁੰਚਾ ਦਿੱਤੀ। ਕਮਾਲ ਕਰ ਦਿੱਤੀ। ਗੁਰੂ ਕੇ ਪਿਆਰਿਆਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਕਿਸੇ ਨੇ ਆਪਣੇ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਆਪਣੇ ਭੈਣ ਭਰਾ ਦੇ ਪਰਿਵਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਜੀ ਦਾ। ਸਾਰੀ ਜ਼ਿੰਦਗੀ ਪੜ੍ਹਦੇ ਸੀ, ਸੁਣਦੇ ਸੀ ਅਰਦਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਰ ਜਦੋਂ ਪਤਾ ਲੱਗਿਆ ਪਾਠ ਦੀਦਾਰ ਵੀ ਕਰਨੇ ਨੇ, ਆਖੋ ਵਾਹਿਗੁਰੂ, ਤਾਂ ਗੁਰਬਾਣੀ ਦੇ ਅੰਦਰੋਂ ਗੁਰਸਰੂਪ ਦੇ ਦੀਦਾਰ ਹੋਏ। ਵਾਹ, ਕਮਾਲ ਹੀ ਕਮਾਲ ਹੈ। ਮੇਰੇ ਗੁਰੂ ਦੀ ਆਵਾਜ਼, ਸਤਿਗੁਰ ਸਰੂਪ, ਕਿਆ ਬਾਤ ਹੈ। ਉਡੀਕਦੇ ਹੋ ਤੁਸੀਂ ਨਿਤ ਪਰਿਵਾਰਾਂ ਸਮੇਤ, ਬੱਚਿਆਂ ਨਾਲ ਬੈਠ ਕੇ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਦਾ ਲਾਹਾ ਲੈ ਰਹੇ ਹੋ। ਬੜਭਾਗੀ ਹੋ। ਸ਼ੁਕਰ ਵਾਹਿਗੁਰੂ ਦਾ। ਤੁਹਾਡੇ ਬੱਚੇ ਵੀ ਬੜਭਾਗੀ ਨੇ। ਜੇ ਤੁਸੀਂ ਆਪਣੇ ਪਰਿਵਾਰ ਦੇ, ਆਪਣੇ ਭਰਾ ਦੇ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ ਜੋੜਿਆ, ਤੁਹਾਡੇ ਭਰਾ ਦਾ ਪਰਿਵਾਰ ਵੀ ਭਾਗਾਂ ਵਾਲਾ, ਉਹਨਾਂ ਦੇ ਬੱਚੇ ਵੀ ਭਾਗਾਂ ਵਾਲੇ। ਤੁਸੀਂ ਆਪਣੀਆਂ ਭੈਣਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਜੋੜਿਆ, ਤੁਹਾਡੀਆਂ ਭੈਣਾਂ ਦਾ ਪਰਿਵਾਰ, ਉਹਨਾਂ ਦੇ ਬੱਚੇ ਵੀ ਭਾਗਾਂ ਵਾਲੇ ਹੋ ਗਏ। ਕਿਉਂਕਿ ਭਾਗਾਂ ਤੋਂ ਬਿਨਾਂ, ਕਿਸਮਤ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦਾ। ਅਗਰ ਕਿਸੇ ਦਾ ਹਿਰਦਾ ਹੀ ਬਖਸ਼ਿਸ਼ ਤੋਂ ਸਖਣਾ ਹੈ, ਕੀ ਕਰ ਸਕਦੇ ਹਾਂ। ਸ਼ੁਕਰ ਵਾਹਿਗੁਰੂ ਜੀ ਦਾ। ਆਓ ਅੱਜ ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 174 ਦੇ ਉੱਪਰ ਅੰਕਿਤ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਸ਼ਬਦ ਦਾ ਲਾਹਾ ਲਈਏ, ਗੁਰੂ ਉਪਦੇਸ਼ ਦੇ ਦੀਦਾਰ ਕਰੀਏ ਜੀ। ਗੌੜੀ ਮਾਝ ਮਹੱਲਾ ਚੌਥਾ, ਗੌੜੀ ਰਾਗ ਦੇ ਵਿੱਚ, ਤੇ ਨਾਲ ਮਾਝ ਰਾਗ ਮਿਕਸ ਹੈ। ਗੌੜੀ ਤੇ ਮਾਝ ਜਿਹੜੇ ਪੱਕੇ ਰਾਗਾਂ ਦੇ ਮਾਹਰ ਨੇ, ਗੁਰਬਾਣੀ ਨੂੰ ਸਮਰਪਿਤ ਨੇ, ਭੈ ਭਾਵਨੀ ਵਿੱਚ ਆ ਕੇ ਪੱਕੇ ਰਾਗਾਂ ਵਿੱਚ ਕੀਰਤਨ ਕਰਦੇ ਨੇ। ਕਮਾਲ ਹੀ ਕਮਾਲ। ਇੱਦਾਂ ਲੱਗਦਾ ਕਿ ਧਰਤੀ ਵੀ ਝੂਮਦੀ ਪਈ। ਇੱਦਾਂ ਲੱਗਦਾ ਕਿ ਅੱਜ ਆਕਾਸ਼, ਬ੍ਰਿਸ਼, ਬਨਸਪਤੀ ਵੀ ਨਾਲ ਗਾਉਂਦੀ ਪਈ। ਜਦੋਂ ਗੁਰੂ ਸਾਹਿਬ ਗਾਉਂਦੇ ਹੋਣਗੇ, ਉਹ ਤੇ ਸੱਚੀ ਸ਼ਬਦ ਹੀ ਕੋਈ ਨਹੀਂ ਉਸ ਵਾਸਤੇ ਕੀ ਵਰਤੀਏ। ਵਾਹ, ਸ਼ੁਕਰ ਵਾਹਿਗੁਰੂ। ਗੌੜੀ ਤੇ ਮਾਝ ਮਿਕਸ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਵਾਹਿਗੁਰੂ ਜੀ ਬਾਰੇ ਕਹਿ ਰਹੇ ਨੇ,
ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ 3 ਵਾਰੀ ਸ਼ਬਦ ਆਇਆ। ਚੋਜੀ ਹੁੰਦਾ ਹੈ ਆਪਣੀ ਮਨ ਦੀ ਮਰਜ਼ੀ ਅਨੁਸਾਰ, ਆਪਣੀ ਇੱਛਾ ਅਨੁਸਾਰ ਫੈਸਲੇ ਲੈਣੇ ਤੇ ਕਰਮ ਕਰਨੇ। ਆਖੋ ਵਾਹਿਗੁਰੂ। ਮੇਰੇ ਗੋਬਿੰਦ, ਮੇਰੇ ਪਿਆਰੇ, ਮੇਰੇ ਹਰ ਪ੍ਰਭ ਵਾਹਿਗੁਰੂ ਜੀ ਜੋ ਕਰਦੇ ਨੇ ਆਪਣੀ ਮਰਜ਼ੀ ਅਨੁਸਾਰ ਕਰਦੇ ਨੇ। ਉਹਨਾਂ ਨੇ ਨਿਯਮ ਬਣਾ ਦਿੱਤਾ ਹੈ, ਉਹਨਾਂ ਦਾ ਓਪਰੇਟਿੰਗ ਸਿਸਟਮ ਕਮਾਲ ਦਾ ਹੈ। ਜੋ ਰੱਬ ਦੇ ਨਿਯਮ ਦੇ ਵਿੱਚ ਵਰਤਾਰੇ ਵਰਤਦੇ ਨੇ, ਕਿਸੇ ਦੀ ਕੀ ਮਜ਼ਾਲ ਹੈ ਕਿ ਉਹ ਕਵੇ ਇੱਦਾਂ ਨਾ ਕਰ, ਇੱਦਾਂ ਹੋਵੇ। ਆਪਾਂ ਦੇਖਦੇ ਹਾਂ ਵੱਡੇ ਵੱਡੇ ਅਰਥਕੁਏਕ ਆਉਂਦੇ ਨੇ, ਵੱਡੇ ਵੱਡੇ ਤੂਫਾਨ ਆਉਂਦੇ ਨੇ। ਉਹਦੇ ਬਾਰੇ ਤਾਂ ਰਿਸਰਚ ਹੋ ਜਾਂਦੀ ਹੈ, ਇਹ ਕਿਉਂ ਆਇਆ, ਇਸ ਕਰਕੇ ਆਇਆ, ਆਹ ਕਾਰਨ ਨੇ। ਕਿਸੇ ਦੀ ਹਿੰਮਤ ਨਹੀਂ ਕਿ ਉਹ ਕਵੇ ਕਿ ਇਹ ਰੱਬਾ ਇਹ ਨਾ ਵਰਤਾ, ਕਿਉਂਕਿ ਉਹਦੇ ਅੱਗੇ ਕਿਸੇ ਦੀ ਸਲਾਹ ਨਹੀਂ ਚੱਲਦੀ। ਉਹ ਚੋਜੀ ਨੇ ਵਾਹਿਗੁਰੂ ਜੀ, ਉਹਨਾਂ ਦੇ ਕੌਤਕ ਕਮਾਲ ਹੀ ਕਮਾਲ ਹੈ। ਜੇ ਤੁਸੀਂ ਪ੍ਰੈਕਟੀਕਲ ਰੂਪ ਵਿੱਚ ਕੌਮ ਦੇ ਲਈ, ਸਮਾਜ ਦੇ ਲਈ ਪਰਉਪਕਾਰੀ ਜੀਵਨ ਪ੍ਰੈਕਟੀਕਲ ਜਿਉਂਗੇ ਨਾ, ਤੇ ਇੱਕ ਜ਼ਿੰਦਗੀ ਦਾ ਬੜਾ ਕਮਾਲ ਦਾ ਪੱਖ ਹੈ। ਲੋਕ ਜਿਹੜੇ ਜੈਲਸ ਹੁੰਦੇ ਨੇ, ਨਫ਼ਰਤ ਕਰਦੇ ਨੇ, ਦੂਰੋਂ ਦੂਰੋਂ ਦੇਖਦੇ ਨੇ, ਉਹਨਾਂ ਦੇ ਅੰਦਰ ਧੁੰਦਲੀ ਤਸਵੀਰ ਹੈ। ਸਾਡੇ ਪਰਉਪਕਾਰਾਂ ਨੂੰ, ਤੁਹਾਡੇ ਜਜ਼ਬਿਆਂ ਨੂੰ, ਭਾਵਨਾ ਨੂੰ ਨਹੀਂ ਸਮਝਦੇ। ਉਹਨਾਂ ਕੋਲ ਪਰਖ ਦ੍ਰਿਸ਼ਟੀ ਨਹੀਂ ਹੈ, ਉਹਨਾਂ ਕੋਲ ਸੋਝੀ ਨਹੀਂ ਹੈ। ਉਹ ਤਿੰਨੋਂ ਤਰ੍ਹਾਂ ਦੀ ਕੈਟੇਗਰੀ ਵਿਰੋਧ ਕਰਦੀ ਹੈ। ਜੈਲਸ ਹੋਏ ਲੋਕ ਵੀ ਵਿਰੋਧ ਕਰਦੇ ਨੇ, ਨਫ਼ਰਤ ਵਾਲੇ ਵੀ ਵਿਰੋਧ ਕਰਦੇ ਨੇ, ਤੇ ਜਿਨ੍ਹਾਂ ਨੂੰ ਤੁਹਾਡੀ ਪਰਖ ਨਹੀਂ ਹੈ ਉਹ ਵੀ ਵਿਰੋਧ ਕਰਦੇ ਨੇ। ਤੇ ਜੇ ਤਾਂ ਅੰਦਰ ਲਗਨ ਨਹੀਂ, ਜਜ਼ਬਾ ਨਹੀਂ, ਅੰਦਰੋਂ ਕੱਚਾ ਹੈ, ਤਾਂ ਡੋਲ ਜਾਏਗਾ, ਪਰਉਪਕਾਰ ਛੱਡ ਜਾਏਗਾ। ਜੇ ਗੁਰੂ ਦੀ ਬਖਸ਼ਿਸ਼ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ, ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਵਿਘਨ ਵਿੱਚੋਂ ਦੀ ਨਹੀਂ ਲੰਘਿਆ ਜਾਂਦਾ। ਅਗਰ ਬਖਸ਼ਿਸ਼ ਹੈ, ਅੰਦਰ ਜਜ਼ਬਾ ਹੈ, ਅੰਦਰ ਸਿਦਕ ਹੈ, ਕਿ ਜਨੂਨ ਹੈ ਗੁਰੂ ਦੀ ਬਖਸ਼ਿਸ਼ ਲਈ, ਗੁਰੂ ਦੇ ਕੌਮ ਲਈ ਕੁਝ ਕਰਨ ਦਾ, ਆਪਾ ਵਾਰਨ ਦੀ ਭਾਵਨਾ ਹੈ, ਤਾਂ ਫਿਰ ਕੋਈ ਵੀ ਕਾਰਨ ਵਾਹਿਗੁਰੂ ਜੀ ਵਰਤਾਉਂਦੇ ਨੇ, ਉਹ ਚੋਜੀ ਨੇ। ਉਹ ਐਸਾ ਕੌਤਕ ਵਰਤਾ ਦਿੰਦੇ ਨੇ, ਉਹ ਵਿਘਨ ਆਉਂਦਾ ਹੈ, ਵਿਘਨ ਚਲਿਆ ਜਾਂਦਾ, ਰੁਕਾਵਟ ਆਉਂਦੀ ਹੈ, ਰੁਕਾਵਟ ਚਲੀ ਜਾਂਦੀ ਹੈ। ਉਸ ਤੋਂ ਬਾਅਦ ਵਾਹਿਗੁਰੂ ਸੱਚੇ ਪਾਤਸ਼ਾਹ, ਕਿਉਂਕਿ ਚੋਜੀ ਨੇ, ਐਸਾ ਚੋਜ ਵਰਤਾਉਂਦੇ ਨੇ, ਨਮਾਰਾ ਖੁੱਲ ਜਾਂਦਾ। ਫਿਰ ਪਤਾ ਲੱਗਦਾ ਹੈ ਕਿ ਉਹ ਵਿਘਨ ਨਹੀਂ ਸੀ, ਰੁਕਾਵਟ ਨਹੀਂ ਸੀ, ਉਹ ਤੇ ਚੋਜੀ ਦੇ ਚੋਜ ਸਨ। ਕਿਉਂਕਿ ਵਿਘਨਾਂ ਦੇ ਵਿੱਚ, ਰੁਕਾਵਟਾਂ ਦੇ ਵਿੱਚ, ਔਖੇ ਸਮਿਆਂ ਦੇ ਵਿੱਚ ਆਪਣੇ ਤੇ ਬੇਗਾਨੇ ਦੀ ਅਸਲੀਅਤ ਸਮਝ ਆ ਜਾਂਦੀ ਹੈ। ਸਹਿਯੋਗੀ ਤੇ ਵਿਰੋਧੀ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ। ਬਹੁਤ ਕੁਝ ਉਹਨਾਂ ਹਾਲਾਤਾਂ ਵਿੱਚੋਂ ਦੀ ਨਿਕਲ ਕੇ ਜਦੋਂ ਸੋਝੀ ਮਿਲਦੀ ਹੈ ਨਾ, ਫਿਰ ਪਤਾ ਲੱਗਦਾ ਸੱਚਮੁੱਚ ਹੀ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਤੇ ਚੋਜੀ ਨੇ ਐਸੇ ਕੌਤਕ ਕਰਦੇ ਨੇ। ਹਰ ਆਪੇ ਕਾਨ ਉਪਾਇੰਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਇਹ ਤੇ 2 ਸ਼ਬਦ ਕਾਨ ਤੇ ਗੋਪੀ, ਇਹ ਗੱਲ ਯਾਦ ਰੱਖਿਓ। ਗੁਰਬਾਣੀ ਅੰਦਰ ਵਰਤੇ ਹੋਏ ਸ਼ਬਦ ਨੂੰ ਤੁਸੀਂ ਵਰਡ ਟੂ ਵਰਡ ਮੀਨਿੰਗ ਨਹੀਂ ਕਰ ਸਕਦੇ, ਅੱਖਰੀ ਅਰਥ ਨਹੀਂ, ਰਮਜ਼ਾਂ ਸਮਝਣੀਆਂ ਪੈਣਗੀਆਂ। ਬਹੁਤ ਸਾਰੇ ਥਾਵਾਂ ਤੇ ਕਹਾਵਤ ਵਰਤੀ ਜਾਂਦੀ ਹੈ, ਬਹੁਤ ਸਾਰੇ ਥਾਵਾਂ ਤੇ ਸੀਨ ਵਰਤੇ ਜਾਂਦੇ ਨੇ, ਬਹੁਤ ਸਾਰੇ ਥਾਵਾਂ ਤੇ ਦੂਸਰਿਆਂ ਨਾਲ ਸੰਬੰਧਿਤ ਸ਼ਬਦ ਵਰਤੇ ਜਾਂਦੇ ਨੇ। ਜਿਵੇਂ ਪਿੱਛੇ ਟੂਣਾ ਸ਼ਬਦ ਆਇਆ ਸੀ, ਕਾਮਣ ਨੂੰ, ਟੂਣਾ ਤਾਂ ਲੋਕਾਂ ਦਾ ਸ਼ਬਦ ਹੈ। ਮੇਰੇ ਗੁਰੂ ਪਾਤਸ਼ਾਹ ਨੇ ਸ਼ਬਦ ਵਰਤਿਆ ਸੀ ਇਹਨੂੰ ਗੁਣਾਂ ਦੇ ਲਈ। ਇੱਥੇ ਕਾਨ ਸ਼ਬਦ ਕ੍ਰਿਸ਼ਨ ਜੀ ਬਾਰੇ ਵਰਤਿਆ ਜਾਂਦਾ ਹੈ, ਜੋ ਹਿੰਦੂ ਵੀਰਾਂ ਦੇ ਅਵਤਾਰ ਨੇ ਕ੍ਰਿਸ਼ਨ ਜੀ। ਤੇ ਉਹ ਕ੍ਰਿਸ਼ਨ ਜੀ ਗੋਪੀਆਂ ਦੇ ਨਾਲ ਨਾਚ ਕਰਦੇ ਸਨ, ਉਹਨੂੰ ਰਾਸ ਲੀਲਾ ਕਹਿੰਦੇ ਨੇ। ਸਾਨੂੰ ਕਦੀ ਵੀ ਕਿਸੇ ਦਾ ਅਣਹੋਇਆ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਅਗਰ ਕ੍ਰਿਟੀਸਾਈਜ਼ ਕਰਨਾ ਹੈ
ਤੇ ਉਸ ਹੱਦ ਤੱਕ ਹੀ ਹੋਵੇ ਜਿਸ ਹੱਦ ਤੱਕ ਅਸੀਂ ਦੂਸਰੇ ਦੀਆਂ ਭਾਵਨਾਵਾਂ ਤੇ ਸੈਂਟੀਮੈਂਟਸ ਨੂੰ ਕਿਤੇ ਹਰਟ ਨਾ ਕਰਦੇ ਹੋਈਏ। ਹੁਣ ਇੱਥੇ ਨਾ ਤਾਂ ਹਿੰਦੂ ਵੀਰਾਂ ਦੇ ਕ੍ਰਿਸ਼ਨ ਭਗਵਾਨ ਦੀ ਗੱਲ ਹੈ ਤੇ ਨਾ ਹੀ ਉਹਨਾਂ ਦੀਆਂ ਗੋਪੀਆਂ ਦੀ ਗੱਲ ਹੈ। ਇਹਨੂੰ ਸਮਝਿਓ। ਕੱਲੀ ਇੱਕ ਪੰਕਤੀ ਨੂੰ ਨਾ ਲਿਓ, ਇੱਕ ਸ਼ਬਦ ਨੂੰ ਨਾ ਲਿਓ, ਪੂਰੇ ਕਨਸੈਪਟ ਨੂੰ ਲਿਓ। ਤੁਹਾਨੂੰ ਇਹ ਪੂਰੇ ਕਨਸੈਪਟ ਵਿੱਚ ਅੱਗੇ ਪਿੱਛੇ ਜ਼ਿਕਰ ਨਹੀਂ ਆ ਰਿਹਾ, ਸਿਰਫ ਇਸ ਪੰਕਤੀ ਵਿੱਚ ਜ਼ਿਕਰ ਹੈ। ਤਾਂ ਉਸ ਸੀਨ ਨੂੰ ਲਿਆ ਗਿਆ ਹੈ ਜੋ ਕ੍ਰਿਸ਼ਨ ਜੀ ਗੋਪੀਆਂ ਨਾਲ ਰਾਸ ਲੀਲਾ ਕਰਦੇ ਸਨ, ਬੰਸਰੀ ਵਜਾਉਂਦੇ ਸਨ, ਗੋਪੀਆਂ ਮਹਿਲ ਹੋ ਜਾਂਦੀਆਂ ਸੀ। ਉਸ ਨੂੰ ਉਹ ਰਾਸ ਲੀਲਾ ਨੂੰ ਉਹ ਭਗਤੀ ਮੰਨਦੇ ਨੇ ਹਿੰਦੂ ਵੀਰ। ਇਹ ਉਹਨਾਂ ਦਾ ਨਜ਼ਰੀਆ ਹੈ। ਪਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਮਨ ਇੱਕ ਐਸਾ ਕਾਨ ਹੈ ਕਿ ਆ ਜਿਹੜੀਆਂ ਅੱਖਾਂ, ਕੰਨ, ਨੱਕ, ਜ਼ੁਬਾਨ, ਚਮੜੀ, ਇਹ ਗੋਪੀਆਂ ਨੇ। ਆਖੋ ਵਾਹਿਗੁਰੂ। ਅੱਖਾਂ ਤਾਂ ਉਵੇਂ ਹੀ ਦੇਖਦੀਆਂ ਨੇ ਜਿਵੇਂ ਮਨ ਕਹਿੰਦਾ ਹੈ। ਉਹ ਗੋਪੀਆਂ ਕ੍ਰਿਸ਼ਨ ਜੀ ਨੂੰ ਸਮਰਪਿਤ ਹੋ ਕੇ ਨਾਚ ਕਰਦੀਆਂ ਸੀ। ਇਸੇ ਲਈ ਉਹ ਵੀਰ ਗੋਪੀਆਂ ਦਾ ਕ੍ਰਿਸ਼ਨ ਜੀ ਨਾਲ ਰਾਸ ਲੀਲਾ ਕਰਨ ਨੂੰ ਹੀ ਉਹ ਗੋਪੀਆਂ ਦੀ ਭਗਤੀ ਮੰਨਦੇ ਨੇ। ਇਹ ਉਹਨਾਂ ਦਾ ਵਿਸ਼ਵਾਸ ਹੈ। ਪਰ ਮਨ ਲੋਭ ਲਾਲਚ ਵਿੱਚ ਹੈ। ਮਨ ਐਸਾ ਕਾਨ ਹੈ, ਇਹ ਸੈਲਫਿਸ਼ ਹੈ, ਮਨ ਹੰਕਾਰੀ ਹੈ, ਮਨ ਲੋਭੀ ਹੈ, ਮਨ ਨੂੰ ਨਿੰਦਾ ਦਾ ਰਸ ਚਾਹੀਦਾ ਹੈ, ਮਨ ਨੂੰ ਨਫ਼ਰਤ ਦਾ ਰਸ ਚਾਹੀਦਾ ਹੈ। ਹੁਣ ਇਹਨੂੰ ਨਫ਼ਰਤ ਦਾ ਰਸ ਉਹਨਾਂ ਚਿਰ ਨਹੀਂ ਮਿਲ ਸਕਦਾ ਜਿੰਨਾ ਚਿਰ ਇਹ ਅੱਖਾਂ ਕਿਸੇ ਦੇ ਵਿੱਚੋਂ ਨੁਕਸ ਲੱਭ ਕੇ ਨਹੀਂ ਲਿਆਉਣਗੀਆਂ। ਇਹ ਕੰਨ ਕਿਸੇ ਦੀ ਵਿਚਾਰ ਸੁਣ ਕੇ ਉਹਦੇ ਚੋਂ ਨੁਕਸ ਨਹੀਂ ਲੱਭਣਗੇ ਤਾਂ ਇਹ ਨਿੰਦਾ ਕਰੇਗਾ ਕਿਵੇਂ? ਤੇ ਇਹ ਕੰਨ, ਅੱਖਾਂ, ਜ਼ੁਬਾਨ, ਇਹਦੀਆਂ ਗੋਪੀਆਂ ਨੇ। ਆਖੋ ਵਾਹਿਗੁਰੂ। ਫਿਰ ਜਿਵੇਂ ਮਨ ਕਹਿੰਦਾ ਉਵੇਂ ਕਰਦੀਆਂ ਨੇ। ਕਿਉਂ? ਅੱਖਾਂ, ਕੰਨ, ਨੱਕ, ਜ਼ੁਬਾਨ, ਇਹਨੂੰ ਕੌਣ ਕੰਟਰੋਲ ਕਰਦਾ ਹੈ? ਦਿਮਾਗ, ਮੱਤ। ਮੱਤ ਫੈਸਲੇ ਲੈਂਦੀ। ਸਾਹਮਣੇ ਸਕਾ ਭਰਾ ਆ ਰਿਹਾ। ਹੁਣ ਨੈਤਿਕਤਾ ਤਾਂ ਇਹ ਕਹਿੰਦੀ ਹੈ ਕਿ ਸਕੇ ਭਰਾ ਨੂੰ ਮਿਲ ਕੇ ਮਨ ਖਿੜ ਜਾਏਗਾ, ਗਲਵਕੜੀ ਪਾਏਗਾ, ਪਰ ਮੱਤ ਕਹਿੰਦੀ ਹੈ ਪਾਸੇ ਮੂੰਹ ਕਰ ਲੈ। ਕਿਉਂ? ਭਰਾ ਨਾਲ ਬਣਦੀ ਨਹੀਂ। ਆਖੋ ਵਾਹਿਗੁਰੂ। ਉਹ ਜੋ ਬਣਦੀ ਨਹੀਂ ਉਹ ਮਨ ਦੀ ਖੇਡ ਹੈ। ਮਨ ਨੂੰ ਭਰਾ ਚੰਗਾ ਨਹੀਂ ਲੱਗਦਾ। ਇਹ ਫੈਸਲਾ ਕੌਣ ਲੈਂਦੀ? ਅੱਖਾਂ ਨੂੰ ਪਾਸੇ ਮੂੰਹ ਕਰ ਲੈ, ਮੱਤ। ਤੇ ਮੱਤ ਕਿਹਦੇ ਪਿੱਛੇ ਲੱਗੀ? ਮਨ ਦੇ। ਜੀਵਨ ਕੀ ਬਣਿਆ? ਮਨਮੁਖ ਤੇ ਮਨਮਤ ਜੀਵਨ। ਆਖੋ ਵਾਹਿਗੁਰੂ। ਜੇ ਮੱਤ ਵਿੱਚ ਗੁਰਮਤ ਆ ਜਾਵੇ, ਗੁਰੂ ਦੀ ਸੋਚ ਆ ਜਾਵੇ, ਗੁਰੂ ਦਾ ਨਜ਼ਰੀਆ ਆ ਜਾਵੇ, ਕੋਈ ਗੱਲ ਨਹੀਂ। ਭਰਾ ਦੇ ਕਰਮ, ਉਹਦੇ ਬੋਲ, ਉਹਦੇ ਜੀਵਨ, ਬਿਹੇਵੀਅਰ ਨਹੀਂ ਚੰਗਾ ਲੱਗਿਆ, ਕੋਈ ਗੱਲ ਨਹੀਂ। ਨਫ਼ਰਤ ਨਹੀਂ ਕਰਨੀ। ਆਖੋ ਵਾਹਿਗੁਰੂ। ਜੇ ਉਹ ਬੁਲਾਵੇਗਾ ਬੋਲ ਲਵਾਂਗੇ, ਨਹੀਂ ਬੁਲਾਵੇਗਾ ਕੋਈ ਗੱਲ ਨਹੀਂ, ਪਰ ਨਫ਼ਰਤ ਨਹੀਂ ਕਰਨੀ। ਤਾਂ ਹੁਣ ਮੱਤ ਨੂੰ ਕੌਣ ਕੰਟਰੋਲ ਕਰ ਰਿਹਾ? ਗੁਰਮਤ। ਮਨ ਗੁਰਮਤ ਦੇ ਪਿੱਛੇ ਲੱਗ ਗਿਆ। ਇਹ ਜਿਹੜਾ ਮਨ ਹੈ ਨਾ, ਕਾਨ ਬਣਦਾ ਹੈ, ਇਹ ਕਿਹਨੇ ਪੈਦਾ ਕੀਤਾ? ਰੱਬੇ ਕਾਨ ਉਪਾਇੰਦਾ, ਮੇਰੇ ਗੋਬਿੰਦਾ, ਮੇਰੇ ਗੋਬਿੰਦ ਵਾਹਿਗੁਰੂ ਜੀ। ਇਹ ਹਰੀ ਨੇ ਆਪ ਹੀ ਇਸ ਨੂੰ ਪੈਦਾ ਕੀਤਾ। ਪਰ ਆਪੇ ਗੋਪੀ ਖੋਜੀ ਜੀਓ। ਆਪ ਹੀ ਇਹ ਗਿਆਨ ਇੰਦਰੀਆਂ ਰੂਪੀ ਗੋਪੀਆਂ ਇਸ ਮਨ ਨੂੰ ਖੋਜਦੀਆਂ ਨੇ। ਮਨ ਨੂੰ ਕੀ ਚੰਗਾ ਲੱਗਦਾ ਹੈ, ਮਨ ਦੇ ਪਿੱਛੇ ਲੱਗਦੀਆਂ ਨੇ। ਆਖੋ ਵਾਹਿਗੁਰੂ। ਅਰੇ ਆਪੇ ਸਭ ਖਟ ਭੋਗਦਾ, ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਓ। ਜਦੋਂ ਰੱਬ ਦੇ ਪਿਆਰ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਹਰ ਥਾਂ ਤੇ ਰੱਬੀ ਵਰਤਾਰੇ ਵਰਤ ਰਹੇ ਨੇ, ਹਰ ਥਾਂ ਤੇ ਰੱਬ ਦੀਆਂ ਝਲਕਾਂ ਨੇ, ਫਿਰ ਮਹਿਸੂਸ ਹੁੰਦਾ ਹੈ ਵਾਹਿਗੁਰੂ ਜੀ ਤਾਂ ਹਰ ਹਿਰਦੇ ਵਿੱਚ ਬੈਠੇ ਨੇ। ਉਹ ਜਿਸ ਤਰ੍ਹਾਂ ਦੇ ਵੀ ਰਸ ਮਾਣਦਾ ਹਿਰਦਾ, ਇਹ ਵਾਹਿਗੁਰੂ ਜੀ ਦੇ ਚੋਜ ਵਰਤਾਰੇ ਨੇ, ਉਹ ਆਪ ਹੀ ਭੋਗਦਾ ਹੈ, ਆਪ ਹੀ ਉਹ ਰਸ ਮਾਣ ਰਿਹਾ। ਇਹਦਾ ਮਤਲਬ ਇਹ ਨਹੀਂ ਹੈ ਕਿ ਰੱਬ ਕਹਿੰਦਾ ਹੈ ਕਿ ਮੈਨੂੰ ਨਿੰਦਾ ਦਾ ਰਸ ਦੇ। ਇੱਦਾਂ ਨਾ ਲੈ ਲਿਓ ਇਸ ਨੂੰ। ਇਹ ਮਨ ਕਹਿੰਦਾ ਮੈਨੂੰ ਲੋਭ ਲਾਲਚ ਦਾ, ਹੰਕਾਰ ਦਾ ਰਸ ਦੇ। ਇਹ ਨਹੀਂ ਹੈ। ਇਹ ਤਾਂ ਇੱਕ ਮਹਿਸੂਸ ਕਰਨ ਦੀ ਕਲਾ ਹੈ ਕਿ ਇਹ ਸਭ ਕੁਝ ਵਾਹਿਗੁਰੂ ਜੀ ਦਾ ਹੀ ਵਰਤਾਰਾ ਹੈ। ਵਾਹਿਗੁਰੂ। ਇਹਨੂੰ ਮੈਂ ਇੱਕ ਉਦਾਹਰਨ ਦੇਵਾਂ ਜਿਹੜੀ ਆਮ ਸੌਖੀ ਸਮਝੀ ਜਾਂਦੀ ਹੈ। ਇੱਕ ਬੰਦਾ ਗੁੱਡ ਡਰਾਈਵਰ ਹੈ, ਉਹਨੂੰ ਸ਼ਾਬਾਸ਼ੀ ਮਿਲਦੀ ਹੈ। ਆਪਣੇ ਦੇਸ਼ਾਂ ਦੇ ਵਿੱਚ
ਉਹਦੇ ਪੁਆਇੰਟਸ ਬਣ ਜਾਂਦੇ ਨੇ ਵੀ ਇਹਨੂੰ 5 ਸਾਲ ਕੋਈ ਟਿਕਟ ਨਹੀਂ ਮਿਲੀ, ਇਹਨੂੰ 10 ਸਾਲ ਕੋਈ ਟਿਕਟ ਨਹੀਂ ਮਿਲੀ, 20 ਸਾਲ ਕੋਈ ਟਿਕਟ ਨਹੀਂ ਮਿਲੀ, ਇਹਨੇ ਕੋਈ ਗਲਤੀ ਨਹੀਂ ਕੀਤੀ ਡਰਾਈਵਿੰਗ ਦੇ ਵਿੱਚ। ਉਹ ਜਿਉਂ-ਜਿਉਂ ਉਹਦੇ ਪੁਆਇੰਟ ਬਣਦੇ ਨੇ, ਤਿਉਂ-ਤਿਉਂ ਉਹਦੀ ਇੰਸ਼ੋਰੈਂਸ ਦੇ ਵਿੱਚ ਉਹਨੂੰ ਫਾਇਦਾ ਹੁੰਦਾ, ਉਹਦੀ ਇੰਸ਼ੋਰੈਂਸ ਦੀ ਜਿਹੜੇ ਪੇ ਕਰਨਾ ਉਹ ਘੱਟ ਜਾਂਦਾ ਹੈ। ਜੇ ਉਹ ਗਲਤੀਆਂ ਕਰਦਾ ਹੈ ਤਾਂ ਉਹਦੇ ਮਾਰਕਸ ਕੱਟੇ ਜਾਂਦੇ ਨੇ, ਉਹਦੀ ਇੰਸ਼ੋਰੈਂਸ ਵੱਧ ਜਾਂਦੀ ਹੈ। ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਐਕਸੀਡੈਂਟ ਹੁੰਦਾ ਹੈ, ਉਹ ਕਾਰ ਭਾਵੇਂ ਕਿਸੇ ਦੀ ਵੀ ਹੈ, ਪਰ ਜਿਹੜਾ ਚਲਾ ਰਿਹਾ ਹੈ ਉਹਦੇ ਨੰਬਰ ਘੱਟਦੇ ਨੇ ਕਿਉਂਕਿ ਡਰਾਈਵਿੰਗ ਉਹ ਕਰ ਰਿਹਾ ਸੀ, ਕਾਰ ਵਾਲੇ ਨੂੰ ਕੁਛ ਨਹੀਂ। ਤਾਂ ਹੁਣ ਅਸੀਂ ਇੱਕ ਸ਼ਬਦ ਵਰਤਦੇ ਹਾਂ ਵੀ ਜੇ ਚੰਗਾ ਡਰਾਈਵਰ ਹੋਏਗਾ ਤਾਂ ਗਵਰਨਮੈਂਟ ਉਸ ਨੂੰ ਫਾਇਦਾ ਦਿੰਦੀ ਹੈ, ਮਾੜਾ ਹੋਏਗਾ ਤਾਂ ਗਵਰਨਮੈਂਟ ਸਜ਼ਾ ਦਿੰਦੀ ਹੈ। ਇਹਦਾ ਮਤਲਬ ਇਹ ਥੋੜ੍ਹਾ ਹੀ ਹੈ ਕਿ ਜਸਟਿਨ ਟਰੂਡੋ ਆ ਕੇ ਸਜ਼ਾ ਦਿੰਦੇ ਨੇ ਉਹਨਾਂ ਨੂੰ, ਜਸਟਿਨ ਟਰੂਡੋ ਆ ਕੇ ਉਹਨਾਂ ਦੇ ਸਾਈਨ ਕਰਦੇ ਨੇ ਵੀ ਇੰਨੇ ਉਹ ਕਰੋ। ਸਰਕਾਰ ਨੇ ਇੱਕ ਨਿਯਮ ਬਣਾਇਆ ਹੋਇਆ, ਉਸ ਨਿਯਮ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਨੇ ਇੱਕ ਨਿਯਮ ਬਣਾਇਆ ਹੋਇਆ, ਆਖੋ ਵਾਹਿਗੁਰੂ। ਤੇ ਉਹਦੇ ਨਿਯਮ ਵਿੱਚ ਹੀ ਇਹ ਮਨ ਭੋਗ ਭੋਗਦਾ ਹੈ, ਰਸ ਮਾਣਦਾ ਹੈ। ਉਹਦੇ ਨਿਯਮ ਦੀ ਉਲੰਘਣਾ ਕਰਦਾ ਹੈ ਤੇ ਵਿਕਾਰੀ ਰਸ ਮਾਣਦਾ, ਉਹਦੇ ਨਿਯਮ ਨੂੰ ਫੋਲੋ ਕਰਦਾ ਹੈ ਤੇ ਇਹ ਰੱਬੀ ਰਸ ਮਾਣਦਾ ਹੈ। ਵਾਹਿਗੁਰੂ ਜੀ ਸਭ ਤੁਹਾਡੇ ਚੋਜ ਨੇ, ਆਖੋ ਵਾਹਿਗੁਰੂ। ਆ ਨਜ਼ਰੀਆ ਹੈ। ਹਰ ਸੁਜਾਨ ਨਾ ਭੁੱਲਈ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ। ਇਹ ਮੇਰੇ ਵਾਹਿਗੁਰੂ ਜੀ, ਇਹ ਸੁਗੜ ਸੁਜਾਨ ਜੀ, ਤੁਸੀਂ ਮੈਂ ਅੰਤਰਜਾਮੀ ਹੋ, ਮੇਰੀਆਂ ਸਾਰੀਆਂ ਭਾਵਨਾਵਾਂ ਜਜ਼ਬੇ ਜਾਣਦੇ ਹੋ। ਮੈਂ ਤੁਹਾਨੂੰ ਭੁੱਲਾਂ ਨਾ, ਹਰ ਸੁਜਾਨ ਨਾ ਭੁੱਲਈ, ਭੁੱਲਾਂ ਨਾ ਵਾਹਿਗੁਰੂ ਜੀ। ਤੁਹਾਡਾ ਹੀ ਰੂਪ ਹੈ ਸੱਚਾ ਗਿਆਨ। ਤੁਸੀਂ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਸਤਿਗੁਰ ਸਰੂਪ ਹੈ, ਮੇਰੇ ਗੁਰੂ ਦੀ ਆਵਾਜ਼, ਉਹ ਤੁਸੀਂ ਹੀ ਹੋ। ਤੇ ਮੇਰੇ ਸਤਿਗੁਰ ਸਰੂਪ ਵੀ ਜੋਗੀ ਵਾਸ਼ਨਾ ਤੋਂ ਰਹਿਤ ਨੇ, ਤੁਸੀਂ ਵੀ ਵਾਸ਼ਨਾ ਤੋਂ ਰਹਿਤ ਹੋ। ਮੈਂ ਭੁੱਲਾਂ ਨਾ ਤੇ ਮੈਨੂੰ ਵੀ ਐਸਾ ਬਣਾ ਦਿਓ, ਆਖੋ ਵਾਹਿਗੁਰੂ। ਆਪੇ ਜਗਤ ਉਪਾਇੰਦਾ ਮੇਰੇ ਗੋਬਿੰਦਾ, ਹਰ ਆਪ ਖੇਲੈ ਬਹੁਰੰਗੀ ਜੀਓ। ਵਾਹਿਗੁਰੂ ਜੀ ਆਪ ਹੀ ਜਗਤ ਨੂੰ ਪੈਦਾ ਕਰਦੇ ਨੇ, ਸ੍ਰਿਸ਼ਟੀ ਦੀ ਸਾਜਨਾ ਕਰਦੇ ਨੇ ਕਿਉਂਕਿ ਕਰਤਾ ਪੁਰਖ ਨੇ। ਆਪ ਹੀ ਉਹਨਾਂ ਨੇ ਨਿਯਮ ਬਣਾ ਦਿੱਤਾ ਹੈ। ਕੋਈ ਕਿਸ ਤਰ੍ਹਾਂ ਜੀਵਨ ਦੀ ਬਾਜੀ ਖੇਲ ਰਿਹਾ, ਕੋਈ ਕਿਸ ਤਰ੍ਹਾਂ ਜੀਵਨ ਦੀ ਬਾਜੀ ਖੇਲ ਰਿਹਾ। ਇੱਕ ਤਰ੍ਹਾਂ ਦੀ ਨਹੀਂ, ਦੋ ਤਰ੍ਹਾਂ ਦੀ ਨਹੀਂ, ਬਹੁਰੰਗੀ, ਅਣਗਿਣਤ ਅਣਗਿਣਤ ਕਿਸਮ ਦੇ ਵਰਤਾਰੇ ਚੱਲ ਰਹੇ ਨੇ, ਅਣਗਿਣਤ ਕਿਸਮ ਦੇ ਸੁਭਾਅ ਨੇ, ਅਣਗਿਣਤ ਕਿਸਮ ਦੀ ਸੋਚਾਂ ਨੇ। ਸਭ ਕੁਝ ਬੇਅੰਤ ਦੀ ਬੇਅੰਤ ਰਚਨਾ, ਬੇਅੰਤ ਹੀ ਬੇਅੰਤ ਹੈ। ਵਾਹ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੇ ਖੇਲ ਖੇਲਦੇ ਹੋ। ਅਣਗਿਣਤ ਕਿਸਮਾਂ ਦੀ ਬਹੁਰੰਗੀ, ਅਣਗਿਣਤ ਕਿਸਮਾਂ ਦੀ ਜੋ ਖੇਲ ਚੱਲ ਰਹੀ ਹੈ, ਤੁਸੀਂ ਹੀ ਖੇਲ ਰਹੇ ਹੋ। ਤੁਹਾਡੇ ਨਿਯਮ ਵਿੱਚ ਹੀ ਸਭ ਕੁਝ ਚੱਲਦਾ ਹੈ। ਐਸਾ ਕਮਾਲ ਹੈ ਤੁਹਾਡੇ ਨਿਯਮ ਦੇ ਵਿੱਚ। ਕੋਈ ਤੁਹਾਡੇ ਨਿਯਮ ਨੂੰ ਫੋਲੋ ਕਰਦਾ ਹੈ, ਬਖਸ਼ਿਸ਼ਾਂ ਦੇ ਰਾਹ 'ਤੇ ਤੁਰਦਾ ਹੈ। ਕੋਈ ਤੁਹਾਡੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ, ਉਹ ਮਨਮੁਖਤਾ ਦੇ ਰਾਹ 'ਤੇ ਤੁਰ ਪੈਂਦਾ ਹੈ। ਜਿਨ੍ਹਾਂ ਨੂੰ ਤੁਹਾਡੇ ਨਿਯਮ ਦੀ ਸੋਝੀ ਆ ਗਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਇ, ਉਹ ਤੁਹਾਨੂੰ ਸਮਰਪਿਤ ਹੋ ਜਾਂਦਾ ਹੈ। ਆਪਣੇ ਸੋਚ ਸੁਭਾਅ ਤੇ ਹੰਕਾਰ ਨੂੰ ਛੱਡ ਕੇ ਸੋਚ ਸੁਭਾਅ ਵਾਹਿਗੁਰੂ ਜੀ ਨੂੰ ਸਮਰਪਿਤ ਕਰ ਦਿੰਦਾ, ਆਪਣੇ ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ ਤੇ ਉਹ ਗੁਰਮੁਖ ਬਣ ਕੇ ਜਿਉਂਦਾ ਹੈ। ਉਹਨੂੰ ਸੋਝੀ ਆ ਗਈ। ਜਿਹੜਾ ਨਾ ਸਮਝੀ ਵਿੱਚ ਹੈ, ਉਹ ਦੁਨੀਆ ਦੀਆਂ ਪ੍ਰਾਪਤੀਆਂ ਨੂੰ ਸਭ ਕੁਝ ਸਮਝਦਾ ਹੈ। ਬਖਸ਼ਿਸ਼ ਲੈਣ ਵਾਲੇ ਪਾਸੇ ਉਹਦੀ ਨਾ ਪਲਾਨ ਹੈ, ਨਾ ਖਿੱਚ ਹੈ, ਨਾ ਜਜ਼ਬਾ ਹੈ। ਨਾ ਉਹ ਕਰ ਸਕਦਾ ਹੈ, ਨਾ ਤੁਰ ਸਕਦਾ ਹੈ, ਉਹਨੂੰ ਔਖਾ ਲੱਗਦਾ ਹੈ। ਸਭ ਤੇਰੇ ਨਿਯਮ ਦੇ ਕੈਸੇ ਵਰਤਾਰੇ ਨੇ। ਇੱਕ ਨਾ ਭੋਗ ਭੋਗਾਇਂਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰਹਿ ਨੰਗ ਨੰਗੀ ਜੀਓ। ਇਹਨੂੰ ਦੋਨੋਂ ਪਾਸੇ ਤੁਸੀਂ ਲੈ ਸਕਦੇ ਹੋ। ਇੱਕ ਤਰੀਕਾ, ਇੱਕ ਇਹਨੂੰ ਇਸ ਐਂਗਲ ਨਾਲ ਲਓ ਕਿ ਇੱਕ ਉਹ ਨੇ ਜਿਹੜੇ ਦੁਨਿਆਵੀ ਰਸਾਂ ਨੂੰ ਮਾਣਦੇ ਨੇ, ਇੱਕ ਨਾ ਭੋਗ ਭੋਗਾਇਂਦਾ ਮੇਰੇ ਗੋਬਿੰਦਾ। ਉਹਨਾਂ ਨੇ ਨਿਯਮ ਨੂੰ ਨਹੀਂ ਸਮਝਿਆ, ਨਾ ਸਮਝੀ ਦੇ ਵਿੱਚ ਉਸ ਰਸਾਂ ਦੇ ਵਿੱਚ ਵਾਹਿਗੁਰੂ ਜੀ ਤੁਹਾਡੇ ਨਿਯਮ ਰਾਹੀਂ ਉਹਨੂੰ ਤੁਸੀਂ ਉੱਧਰ ਲਾਇਆ ਹੋਇਆ। ਇੱਕ ਨਗਨ ਫਿਰੈ ਨੰਗ ਨੰਗੀ ਜੀਓ। ਇੱਕ ਜਿਹੜੇ ਨੇ ਉਹਨਾਂ ਰਸਾਂ ਤੋਂ ਰਹਿਤ ਹੋ ਗਏ ਨੇ, ਉਹਨਾਂ ਰਸਾਂ ਵਾਲੇ ਸੁਭਾਅ ਦਾ ਪਹਿਰਾਵਾ ਨਹੀਂ ਉਹਨਾਂ ਦੇ, ਉਹਨਾਂ ਰਸਾਂ ਵਾਲੀ ਸੋਚ ਵਾਲਾ ਪਹਿਰਾਵਾ ਨਹੀਂ। ਉਹ ਜੀਵਨ ਉਹਨਾਂ ਰਸਾਂ ਤੋਂ ਰਹਿਤ ਹੈ, ਉਸ ਸੁਭਾਅ ਤੋਂ, ਸੋਚ ਤੋਂ, ਉਹ ਇਸ ਪਾਸੇ ਤੁਰ ਪਏ ਨੇ।
ਜੇ ਇਹਨੂੰ ਦੂਸਰੇ ਐਂਗਲ ਨਾਲ ਲਈਏ, ਇੱਕ ਤੇਰੇ ਰਸਾਂ ਨੂੰ ਮਾਣਦੇ ਨੇ, ਇੱਕ ਤੇਰੇ ਰਸਾਂ ਤੋਂ ਨੰਗ ਨੰਗੀ, ਭੁੱਖੇ ਨੇ, ਗਰੀਬ ਨੇ, ਨੰਗ ਨੇ, ਰਹਿਤ ਨੇ ਇਸ ਤੋਂ। ਚਾਹੇ ਇਹਨੂੰ ਦੁਨਿਆਵੀ ਲੈ ਲਓ, ਚਾਹੇ ਅਧਿਆਤਮਿਕ ਲੈ ਲਓ, ਇਹ ਦੋ ਪੱਖ ਨੇ, ਦੋ ਦੁਨੀਆ ਹੈ, ਦੋ ਨੀਹਾਂ, ਇੱਕ ਅਮੀਰ, ਇੱਕ ਗਰੀਬ, ਇੱਕ ਸੁਖੀ, ਇੱਕ ਦੁਖੀ, ਇੱਕ ਸੰਤੁਸ਼ਟ, ਇੱਕ ਨਾ ਸੰਤੁਸ਼ਟ, ਇੱਕ ਆਨੰਦ ਵਿੱਚ, ਇੱਕ ਚਿੰਤਾਵਾਂ ਵਿੱਚ, ਇੱਕ ਸਵਾਰਥੀ ਹੋ ਕੇ, ਇੱਕ ਪਰਉਪਕਾਰੀ ਹੋ ਕੇ, ਇੱਕ ਡੋਲਣ ਵਾਲੇ ਜੀਵਨ ਤੇ ਇੱਕ ਸਿਦਕ ਵਾਲੇ ਜੀਵਨ ਤੇ। ਇਹ ਦੋ ਨੀਹਾਂ ਹੈ ਦੁਨੀਆ, ਦੋ ਨੀਹਾਂ ਨੇ ਇਹਦੀਆਂ। ਦੋ ਮਾਰਗ ਨੇ, ਇੱਕ ਲਿਵ ਦੇ ਮਾਰਗ ਤੇ ਇੱਕ ਤਾਤ ਦੇ ਮਾਰਗ ਤੇ, ਇੱਕ ਭੋਗ ਭੁਗਾਇਨ ਦਾ, ਇੱਕ ਨਗਨ ਫਿਰੈ ਨੰਗ ਨੰਗੀ ਜੀਓ। ਵਾਹਿਗੁਰੂ ਜੀ, ਇਹ ਤੁਹਾਡੇ ਖੇਲ ਨੇ। ਆਪੇ ਜਗਤੋ ਪਾਇੰਦਾ ਮੇਰੇ ਗੋਬਿੰਦਾ, ਹਰ ਦਾਨ ਦੇਵੈ ਸਭ ਮੰਗੀ ਜੀਓ। ਵਾਹਿਗੁਰੂ ਜੀ ਨੇ ਜਗਤ ਨੂੰ ਪੈਦਾ ਕੀਤਾ ਹੈ, ਇਕਨਾਂ ਨੂੰ ਬਖਸ਼ਿਸ਼ ਦਾ ਦਾਨ ਦੇ ਦਿੰਦਾ ਹੈ। ਮੰਗਦੇ ਤਾਂ ਸਾਰੇ ਹੀ ਨੇ, ਵਿਚੋਜੀ ਹੈ, ਜਿਨ੍ਹਾਂ ਦਾ ਸੁਭਾਅ, ਜਿਨ੍ਹਾਂ ਦੀ ਸੋਚ ਬਖਸ਼ਿਸ਼ ਦੀ ਪਾਤਰ ਹੁੰਦੀ ਹੈ, ਉਹਨਾਂ ਨੂੰ ਦਾਨ ਦੇ ਦਿੰਦਾ। ਹਰ ਦਾਨ ਦੇਵੈ ਸਭ ਮੰਗੀ ਜੀਓ। ਮੰਗਣ ਨੂੰ ਤਾਂ ਸਾਰੇ ਹੀ ਮੰਗਦੇ ਨੇ, ਚਾਹੁੰਦਾ ਤਾਂ ਹਰ ਕੋਈ ਹੈ, ਚਾਹੁੰਦਾ ਮੈਨੂੰ ਬਖਸ਼ਿਸ਼ ਹੋਵੇ, ਪਰ ਅੰਦਰ ਨਾ ਸਮਝੀ, ਅੰਦਰ ਗਿਆਨ ਨਹੀਂ, ਉਹਨੂੰ ਲੱਗਦਾ ਕਿ ਪੈਸਾ ਮਿਲ ਗਿਆ ਬਖਸ਼ਿਸ਼ ਹੈ, ਪ੍ਰਾਪਰਟੀ ਬਣ ਗਈ ਬਖਸ਼ਿਸ਼ ਹੈ। ਸਾਰੀ ਜ਼ਿੰਦਗੀ ਪੈਸੇ ਪ੍ਰਾਪਰਟੀ ਲਈ ਲਾਉਂਦਾ ਹੈ, ਅਖੀਰ ਪਛਤਾਵਾ ਪੱਲੇ ਪੈਣਾ। ਇਕਨਾਂ ਨੂੰ ਸੋਝੀ ਹੈ, ਉਹ ਕਹਿੰਦੇ ਨੇ ਦੁਨਿਆਵੀ ਪ੍ਰਾਪਤੀਆਂ ਹੋਣ ਨਾ ਹੋਣ, ਵਾਹਿਗੁਰੂ ਜੀ ਸਾਡੀ ਇੱਛਾ ਨਹੀਂ, ਦੇਣੀਆਂ ਨਾ ਦੇਣੀਆਂ ਤੇਰੀ ਮਰਜ਼ੀ ਹੈ। ਸਾਡੀ ਇੱਛਾ ਰੱਬੀ ਮਾਰਗ ਤੇ ਤੁਰਨ ਦੀ, ਪਰਉਪਕਾਰ ਦੇ ਮਾਰਗ ਤੇ ਤੁਰਨ ਦੀ, ਤੁਹਾਡੀ ਬਖਸ਼ਿਸ਼ ਲੈਣ ਦੀ ਇੱਛਾ ਹੈ। ਇਸ ਲਈ ਜਿਨ੍ਹਾਂ ਦੀ ਇੱਛਾ ਇਸ ਤਰ੍ਹਾਂ ਦੀ ਹੈ, ਉਹਨਾਂ ਨੂੰ ਦਾਨ ਦੇ ਦਿੰਦਾ ਹੈ ਇੱਛਾ ਦਾ। ਇੱਕ ਨਾ ਸਮਝੀ ਵਿੱਚ ਮੰਗਦੇ ਨੇ ਬਖਸ਼ਿਸ਼, ਉਹਨਾਂ ਨੂੰ ਲੱਗਦਾ ਕਿ ਪੈਸਾ ਬਖਸ਼ਿਸ਼ ਹੈ, ਉਸੇ ਵਿੱਚ ਉਲਝਾ ਦਿੰਦੇ ਨੇ। ਵਾਹਿਗੁਰੂ ਜੀ, ਐਸਾ ਉਹਦਾ ਨਿਜ਼ਮ ਹੈ, ਆਪਰੇਟਿੰਗ ਸਿਸਟਮ ਹੈ, ਨੈਟਵਰਕ ਹੈ, ਇਹਦੇ 'ਚ ਦੁਨੀਆ ਚੱਲ ਰਹੀ ਹੈ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੈ ਹਰ ਚੰਗੀ ਜੀਓ। ਜਿਹੜੇ ਭਗਤ ਜੀਵਨ ਨੇ, ਗੁਰੂ ਨੂੰ ਸਮਰਪਿਤ, ਰੱਬ ਨੂੰ ਸਮਰਪਿਤ, ਉਹਨਾਂ ਨੂੰ ਪਤਾ ਹੈ ਗਿਆਨ ਰੂਪੀ ਨਾਮ ਹੀ ਆਧਾਰ ਆਸਰਾ ਹੈ। ਸੁਭਾਉ ਤਿਲਕਣ ਤੋਂ ਬਚੇਗਾ ਗੁਰੂ ਦੇ ਉਪਦੇਸ਼ ਦੀ ਚੋਟ ਨਾਲ, ਉਹ ਗਿਆਨ ਰੂਪੀ ਨਾਮ ਹੈ। ਜਿਸ ਵੇਲੇ ਮਨ ਨਿੰਦਾ ਕਰਨ ਨੂੰ ਚਿੱਤ ਕਰੇ, ਕਿਸੇ ਨੂੰ ਨਫ਼ਰਤ ਕਰਨ ਨੂੰ ਚਿੱਤ ਕਰੇ, ਉਸ ਵੇਲੇ ਗੁਰੂ ਦੀਆਂ ਪੰਕਤੀਆਂ, ਗੁਰੂ ਦੇ ਉਪਦੇਸ਼ ਚੋਟ ਮਾਰਨਗੇ, ਤਾਂ ਹੀ ਬਚੇਗਾ। ਇਹ ਗਿਆਨ ਰੂਪੀ ਨਾਮ ਹੀ ਆਧਾਰ ਹੈ। ਫਿਰ ਉਹ ਮੰਗਦੇ ਕੀ ਨੇ? ਹਰ ਕਥਾ ਮੰਗੈ, ਉਹ ਰੱਬੀ ਮਾਰਗ ਦੀਆਂ ਵਿਚਾਰਾਂ ਦੀ ਇੱਛਾ ਹੈ, ਉਹਨਾਂ ਨੂੰ ਬੜੀ ਚੰਗੀ ਲੱਗਦੀ ਹੈ। ਹਰ ਚੰਗੀ ਜੀਓ, ਬੜੀ ਪਿਆਰੀ ਲੱਗਦੀ, ਸਿੱਖਣਾ ਉਹਨਾਂ ਦੀ ਜ਼ਿੰਦਗੀ ਬਣ ਜਾਂਦਾ ਹੈ। ਹਰ ਆਪੇ ਭਗਤ ਕਰਾਇੰਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਇਹ ਜਿਹੜੀ ਭਗਤ ਜੀਵਨ ਦੇ ਅੰਦਰ ਲੋਚਾ ਹੈ, ਇੱਛਾ ਹੈ, ਵਾਹਿਗੁਰੂ ਜੀ ਆਪੇ ਹੀ ਉਹ ਇੱਛਾ ਪੂਰੀ ਕਰਦੇ ਨੇ। ਆਪ ਹੀ ਫਿਰ ਇਸ ਤਰ੍ਹਾਂ ਜੀਵਨ ਜਿਉਣ ਦੀ ਭਗਤੀ ਦੇ ਦਿੰਦੇ ਨੇ। ਕੋਲੋਂ ਨਹੀਂ ਬਣਾਉਣਾ, ਸ਼ਬਦ ਵਿੱਚੋਂ ਕੱਢਣਾ। ਭਗਤੀ ਕਿਹੜੀ ਹੈ? ਉਹ ਜੋ ਹਰੀ ਦੀਆਂ ਵਿਚਾਰਾਂ ਉੱਤੇ ਕਿਹਾ ਨਾ, ਹਰ ਕਥਾ ਮੰਗੈ ਹਰ ਚੰਗੀ ਜੀਓ। ਕਥਾ ਕੀ ਹੈ? ਗੁਰੂ ਦੇ ਉਪਦੇਸ਼ਾਂ ਦੀ ਵਿਚਾਰ। ਤੇ ਭਗਤੀ ਕੀ ਹੈ? ਉਪਦੇਸ਼ਾਂ ਨੂੰ ਪ੍ਰੈਕਟੀਕਲ ਰੂਪ ਵਿੱਚ ਸੋਚ ਸੁਭਾਅ ਦੇ ਲੈਵਲ ਤੇ ਜਿਉਣਾ। ਇੱਛਾ ਕੀ ਹੈ? ਇਹੀ ਗੁਰਮੁਖ ਮਾਰਗ ਤੇ ਗੁਰਮਤਿ ਵਾਲਾ ਜੀਵਨ ਜਿਉਣ ਦੀ ਇੱਛਾ ਵਾਹਿਗੁਰੂ ਜੀ ਪੂਰੀ ਕਰਦੇ ਨੇ। ਰੱਬ ਦਾ ਨਿਜ਼ਮ ਹਰ ਥਾਂ ਤੇ ਵਰਤਦਾ ਹੈ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰੱਬ ਰਹਿਆ ਨਹੀਂ ਦੂਰ ਹੀ ਜੀਓ। ਜਲ ਥਲ ਮਹੀਲ ਹਰ ਥਾਂ ਤੇ, ਕੋਣੇ ਕੋਣੇ ਵਿੱਚ ਪਾਣੀ, ਧਰਤੀ, ਹਵਾ, ਆਕਾਸ਼, ਹਰ ਥਾਂ ਤੇ ਉਹਦਾ ਨਿਜ਼ਮ ਵਰਤਦਾ ਹੈ। ਸੱਚਾ ਗਿਆਨ ਬਣ ਕੇ ਗੋਬਿੰਦ ਵਾਹਿਗੁਰੂ ਜੀ ਹਰ ਥਾਂ ਤੇ ਵਸਦੇ ਨੇ। ਕਿਹੜਾ ਵਰਤਾਰਾ ਜਿਹਦੇ 'ਚੋਂ ਸਿੱਖਿਆ ਨਹੀਂ ਮਿਲਦੀ? ਕਿਹੜੀ ਘਟਨਾ ਜਿਹਦੇ 'ਚੋਂ ਸਿੱਖਿਆ ਨਹੀਂ ਜਾ ਸਕਦਾ? ਕਿ ਅੰਦਰੋਂ ਨਹੀਂ, ਆਪਣੇ ਅੰਦਰੋਂ ਨਹੀਂ ਕੁਝ ਸਿੱਖਿਆ ਜਾ ਸਕਦਾ? ਕਿ ਬਾਹਰੋਂ ਨਹੀਂ ਸਿੱਖਿਆ ਜਾ ਸਕਦਾ? ਕਿਉਂਕਿ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਹੈ ਵਾਹਿਗੁਰੂ ਜੀ। ਉਹ ਦੂਰ ਨਹੀਂ ਹੈ, ਮਹਿਸੂਸ ਨਹੀਂ ਹੋ ਰਿਹਾ, ਅਹਿਸਾਸ ਨਹੀਂ ਹੋ ਰਿਹਾ। ਰੱਬ ਰਹਿਆ ਨਹੀਂ ਦੂਰੀ ਜੀਓ, ਦੂਰੀ ਨਹੀਂ ਹੈ, ਰੱਬ ਰਿਹਾ ਹਰ ਥਾਂ ਤੇ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਹਿਆ ਭਾਰ ਪੂਰੀ ਜੀਓ। ਸਾਡੇ ਅੰਦਰ ਵੀ, ਸਾਡੇ ਬਾਹਰ ਵੀ ਵੀ ਆਪ ਵਸਦਾ ਹੈ। ਸੱਚਾ ਗਿਆਨ ਬਣ ਕੇ ਵਸਦਾ ਹੈ, ਗੁਣ ਬਣ ਕੇ ਵਾਹਿਗੁਰੂ ਜੀ ਹਰ ਥਾਂ ਤੇ ਵਸਦੇ ਨੇ।
ਨਿਯਮ ਬਣ ਕੇ ਹਰ ਥਾਂ ਤੇ ਵਰਤਦੇ ਨੇ, ਬਖਸ਼ਿਸ਼ ਬਣ ਕੇ ਵੀ ਹਰ ਥਾਂ ਤੇ ਵਸਦੇ ਨੇ। ਆਖੋ ਵਾਹਿਗੁਰੂ। ਉਹ ਆਪ ਹੀ ਸਾਨੂੰ ਦੇਖਦੇ ਨੇ, ਸਾਡੀ ਹਰ ਭਾਵਨਾ ਨੂੰ ਸਮਝਦੇ ਨੇ। ਉਹਦਾ ਨਿਯਮ ਸਾਡੀ ਹਰ ਭਾਵਨਾ, ਹਰ ਵਿਚਾਰ ਤੇ ਲਾਗੂ ਹੁੰਦਾ ਹੈ। ਉਹ ਆਪ ਹੀ ਹਜ਼ੂਰੀ ਦਾ ਅਹਿਸਾਸ ਕਰਾਉਂਦੇ ਨੇ, ਹਾਜ਼ਰ ਨਾਜ਼ਰ ਦਾ ਅਹਿਸਾਸ ਕਰਾਉਂਦੇ ਨੇ। ਕਿਵੇਂ? ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਬਜਾਏ ਤਿਉ ਵਾਜੈ ਜੀਓ। ਅੰਦਰ ਸਵਾਸ ਦਾ ਵਾਜਾ ਚੱਲ ਰਿਹਾ ਹੈ, ਸਵਾਸਾਂ ਕਰਕੇ ਸਰੀਰ ਚੱਲ ਰਿਹਾ ਹੈ। ਇਹਨਾਂ ਸਵਾਸਾਂ ਕਰਕੇ ਹੀ ਅੰਦਰੋਂ ਆਵਾਜ਼, ਪ੍ਰੇਰਨਾ ਵਸਦੀ ਹੈ। ਵਾਹਿਗੁਰੂ ਜੀ ਦੀਆਂ ਜਿਤਨੇ ਵਰਤਾਰੇ ਵਰਤ ਰਹੇ ਨੇ, ਜਿਤਨੀਆਂ ਘਟਨਾਵਾਂ ਸਾਹਮਣੇ ਹੋ ਰਹੀਆਂ ਨੇ, ਚਾਹੇ ਉਹ ਮਨ ਨੂੰ ਚੰਗੀਆਂ ਲੱਗਦੀਆਂ, ਚਾਹੇ ਨਹੀਂ ਚੰਗੀਆਂ ਲੱਗਦੀਆਂ, ਹਰ ਘਟਨਾ ਦੇ ਵਿੱਚੋਂ ਕੁਛ ਨਾ ਕੁਛ ਪ੍ਰੇਰਨਾ ਮਿਲਦੀ ਹੈ। ਸੋਚ ਕੇ ਦੇਖੋ, ਕੋਈ ਸਾਡੀ ਵਡਿਆਈ ਕਰਦਾ ਹੈ, ਕੋਈ ਸਾਡੀ ਨਿੰਦਾ ਕਰਦਾ ਹੈ। ਜੇ ਪ੍ਰੇਰਨਾ ਲੈਣੀ ਹੋਵੇ, ਦੋਨਾਂ ਤੋਂ ਹੀ ਕੋਈ ਨਾ ਕੋਈ ਚੰਗੀ ਪ੍ਰੇਰਨਾ ਮਿਲਦੀ ਹੈ, ਕੋਈ ਚੰਗਾ ਗਿਆਨ ਸਿੱਖਿਆ ਮਿਲਦੀ ਹੈ। ਇਹਦਾ ਮਤਲਬ ਇਹਨਾਂ ਦੋਨਾਂ ਵਰਤਾਰਿਆਂ ਵਿੱਚੋਂ ਦੀ ਵਾਹਿਗੁਰੂ ਜੀ ਉਹ ਪ੍ਰੇਰਨਾ ਦੇ ਬਾਜੇ ਵਜਾ ਰਹੇ ਨੇ, ਸਾਨੂੰ ਸਿਖਾ ਰਹੇ ਨੇ, ਉਪਦੇਸ਼ ਦੇ ਰਹੇ ਨੇ। ਜਿਉਂ-ਜਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਨੂੰ ਸਮਝਾਂਗੇ, ਰਮਜ਼ਾਂ ਨੂੰ ਸਮਝਾਂਗੇ, ਪ੍ਰੈਕਟੀਕਲ ਰੂਪ ਵਿੱਚ ਸੋਚ ਸੁਭਾਅ 'ਤੇ ਲਾਗੂ ਕਰਕੇ ਜਿਉਵਾਂਗੇ, ਤੇ ਹਰ ਵਰਤਾਰੇ ਵਿੱਚੋਂ ਰੱਬ ਦੀ ਪ੍ਰੇਰਨਾ, ਉਪਦੇਸ਼ ਦੇ ਬਾਜੇ ਵੱਜਦੇ ਮਹਿਸੂਸ ਹੋਣਗੇ। ਫਿਰ ਪਤਾ ਲੱਗੇਗਾ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ। ਮੇਰੇ ਅੰਦਰ ਹੀ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਦਾ ਖਜ਼ਾਨਾ ਭਰਿਆ ਪਿਆ। ਉਸੇ ਖਜ਼ਾਨੇ ਵਿੱਚੋਂ ਜ਼ਮੀਰ ਦੀ ਆਵਾਜ਼ ਆਉਂਦੀ ਹੈ। ਉਹ ਗੁਰੂ ਦੇ ਉਪਦੇਸ਼ ਰਾਹੀਂ ਮਹਿਸੂਸ ਹੁੰਦਾ, ਅੰਦਰ ਹਰੀ ਪ੍ਰਭੂ ਗੱਜਦੇ ਨੇ। ਆਖੋ ਵਾਹਿਗੁਰੂ। ਪ੍ਰੇਰਨਾ ਦਿੰਦੇ ਨੇ, ਅੰਦਰੋਂ ਹੀ ਪ੍ਰੇਰਨਾ ਦਿੰਦੇ। ਵਰਤਾਰੇ ਬਾਹਰ ਵਰਤਦੇ ਨੇ, ਬਾਹਰਲੇ ਵਰਤਾਰਿਆਂ ਨੂੰ ਜਦੋਂ ਗੁਰੂ ਦੀ ਸੋਚ ਅਨੁਸਾਰ, ਗੁਰਮਤਿ ਦੇ ਨਜ਼ਰੀਏ ਅਨੁਸਾਰ ਦੇਖਾਂਗੇ, ਉਪਦੇਸ਼ ਦਾ ਬਾਜਾ ਅੰਦਰੋਂ ਵੱਜੇਗਾ, ਪ੍ਰੇਰਨਾ ਅੰਦਰੋਂ ਆਏਗੀ। ਉਦਾਹਰਨ ਦੇਵਾਂ, ਕਿਸੇ ਨੇ ਤੁਹਾਨੂੰ ਦੱਸਿਆ ਕਿ ਫਲਾਣੇ ਬੰਦੇ ਨੇ ਤੁਹਾਡੀ ਨਿੰਦਾ ਕੀਤੀ ਹੈ, ਕਿਉਂਕਿ ਨਿੰਦਾ ਜਿਹੜੀ ਹੈ ਨਾ, ਇਹ ਹੈਗਾ ਐਸਾ ਕਿ ਰੇਡੀਓ ਸਟੇਸ਼ਨ ਹੈ, ਇਹ ਹਮੇਸ਼ਾ ਪਿੱਠ ਪਿੱਛੇ ਹੀ ਚੱਲਦਾ। ਆਖੋ ਵਾਹਿਗੁਰੂ। ਮੂੰਹ ਤੇ ਨਹੀਂ ਚੱਲਦਾ। ਇਹ ਇੱਕ ਦੂਸਰੀ ਦੀ ਫ੍ਰੀਕੁਐਂਸੀ ਬੜੀ ਕਮਾਲ ਦੀ ਹੈ। ਇਹ ਪਿੱਠ ਪਿੱਛੇ ਰੇਡੀਓ ਸਟੇਸ਼ਨ ਚੱਲਦਾ ਹੈ ਨਿੰਦਾ ਦਾ, ਤੇ ਘੁੰਮ ਘੁਮਾ ਕੇ ਇਹਦੀ ਫ੍ਰੀਕੁਐਂਸੀ ਬੰਦੇ ਕੋਲ ਪਹੁੰਚ ਜਾਂਦੀ ਹੈ। ਤੇਰੇ ਬਾਰੇ ਆ ਕੇ ਹੈ, ਨੋਟ ਕਰਿਓ। ਇੱਕ ਬੰਦਾ ਗੁਰਮਤਿ ਤੋਂ ਨਾ ਸਮਝ ਹੈ, ਗੁਰੂ ਦੇ ਉਪਦੇਸ਼ਾਂ ਤੋਂ ਨਾ ਸਮਝ ਹੈ, ਉਹਦੇ ਅੰਦਰ ਅੱਗ ਲੱਗ ਜਾਂਦੀ ਹੈ, ਬਦਲਾ ਲਊ ਭਾਵਨਾ ਹੁੰਦੀ ਹੈ। ਇਹਨੇ ਮੇਰੇ ਬਾਰੇ ਇੱਦਾਂ ਕਿਹਾ, ਮੈਂ ਵੀ ਇਹਦੀ ਸ਼ਿਕਾਇਤ ਕਰਾਂਗਾ। ਇਹਨੇ ਆਹ ਕੰਮ ਗਲਤ ਕੀਤਾ, ਮੈਂ ਆਹ ਸ਼ਿਕਾਇਤ ਕਰਾਂਗਾ, ਆਹ ਕਰਾਂਗਾ। ਬਦਲਾ ਲਊ ਭਾਵਨਾ ਅੰਦਰ ਪੈਦਾ। ਇਹਦੇ ਅੰਦਰੋਂ ਪ੍ਰੇਰਨਾ ਕਿੱਥੋਂ ਆਈ? ਉਹ ਮਨਮੁਖਤਾਈ ਵਿੱਚੋਂ ਪ੍ਰੇਰਨਾ ਆਈ, ਮਨਮਤ ਦੇ ਵਿੱਚੋਂ, ਨਿਜ ਮਤ ਦੇ ਵਿੱਚੋਂ, ਨਿੱਜੀ ਸੁਭਾਅ 'ਚੋਂ ਪ੍ਰੇਰਨਾ ਆਈ ਅੰਦਰੋਂ। ਦੂਸਰੇ ਪਾਸੇ ਜਿਹੜਾ ਗੁਰਮਤਿ ਤੇ ਗੁਰਮਤਿ ਸੁਭਾਅ ਵਾਲਾ ਹੈ, ਉਹਦੇ ਨਾਲ ਵੀ ਸੇਮ ਵਾਪਰਿਆ। ਉਹ ਕਹਿੰਦੇ ਵੀ ਤੇਰੇ ਬਾਰੇ ਫਲਾਣਾ ਬੰਦਾ ਕਹਿੰਦਾ ਸੀ। ਉਹ ਕਹਿੰਦਾ ਭਰਾਵਾ ਗੱਲ ਸੁਣ, ਜਦੋਂ ਇਹ ਸੱਚ ਹੀ ਨਹੀਂ, ਕਹੀ ਜਾਵੇ ਮੇਰਾ ਕੀ ਹੈ। ਹੁਣ ਉਹਨੂੰ ਪ੍ਰੇਰਨਾ ਕਿੱਥੋਂ ਮਿਲੀ? ਉਹਨੂੰ ਪ੍ਰੇਰਨਾ ਮਿਲੀ ਗੁਰਬਾਣੀ 'ਚੋਂ। ਜੇ ਲੋਕ ਨਿੰਦਾ ਹੈ ਤਾਂ ਕਿਆ ਘਟ ਜਾਈ, ਵਰਤਾਰੇ ਬਾਹਰ ਵਰਤਦੇ ਨੇ, ਪ੍ਰੇਰਨਾ ਅੰਦਰੋਂ ਜਾਗਦੀ ਹੈ। ਨਿਜ ਮਤ ਤੇ ਨਿਜ ਸੁਭਾਅ ਦੇ ਵਿੱਚੋਂ ਸੁੰਗੜੀ ਹੋਈ ਪ੍ਰੇਰਨਾ ਹੁੰਦੀ ਹੈ। ਉਲਝਣ ਤਾਣੀ ਵਿੱਚੋਂ ਨਿਕਲੀ ਤੇ ਉਲਝਣ ਤਾਣੀ 'ਚ ਫਸਾਉਣ ਵਾਲੀ ਹੁੰਦੀ ਹੈ। ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਵਿੱਚੋਂ ਅੰਦਰੋਂ ਹੀ ਜਿਹੜੀ ਪ੍ਰੇਰਨਾ ਹੁੰਦੀ ਹੈ ਨਾ, ਉਹ ਹਰ ਪ੍ਰਭ ਗਾਜੈ ਜੀਓ। ਪ੍ਰਭੂ ਗੱਜਦੇ ਨੇ, ਰੱਬੀ ਉਪਦੇਸ਼ ਗੱਜਦੇ ਨੇ। ਅੰਦਰ ਗਿਆਨ ਰੂਪੀ ਨਾਮ ਦਾ ਖਜ਼ਾਨਾ ਗੁਰੂ ਦੀ ਬਾਣੀ ਨੇ, ਗੁਰੂ ਦੇ ਸ਼ਬਦਾਂ ਨੇ, ਗੁਰੂ ਦੇ ਉਪਦੇਸ਼ ਨੇ ਅੰਦਰੋਂ ਜਗਾ ਦੇਣਾ ਹੁੰਦਾ। ਆਖੋ ਵਾਹਿਗੁਰੂ। ਫਿਰ ਅੰਦਰੋਂ ਹੀ ਗਿਆਨ ਰੂਪੀ ਨਾਮ ਤੇ ਅੰਦਰ ਬੈਠੇ ਹੋਏ ਵਾਹਿਗੁਰੂ ਜੀ ਨੂੰ ਗੁਰਮੁਖ ਸਮਰਪਿਤ ਹੋ ਜਾਂਦੇ ਨੇ। ਆਪੇ ਸ਼ਰਨ ਪਵਾਇੰਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲੀਜੈ ਜੀਓ। ਉਹ ਆਪ ਹੀ ਫਿਰ ਸੋਝੀ ਬਖਸ਼ਦੇ ਨੇ ਵਾਹਿਗੁਰੂ ਜੀ। ਉਹ ਵਾਹਿਗੁਰੂ ਜੀ ਨੂੰ ਸਮਰਪਿਤ ਹੁੰਦੇ ਨੇ, ਗੁਰੂ ਦੀ ਸ਼ਰਨ ਵਿੱਚ ਜਿਉਂਦੇ ਨੇ, ਰੱਬ ਦੀ ਸ਼ਰਨ ਵਿੱਚ ਜਿਉਂਦੇ ਨੇ। ਗੁਰੂ ਕੇ ਪਿਆਰੇ, ਉਹਨਾਂ ਦਾ ਗੁਰੂ ਦੀ ਸ਼ਰਨ ਵਿੱਚ ਜਿਉਣਾ ਭਗਤੀ ਹੁੰਦਾ ਹੈ, ਤੇ ਉਹ ਹਰੀ ਦੇ ਭਗਤ ਬਣਦੇ ਨੇ, ਸੇਵਕ ਬਣ ਜਾਂਦੇ ਨੇ। ਫਿਰ ਸੇਵਕਾਂ ਦੀ ਮੇਰੇ ਗੋਬਿੰਦ ਵਾਹਿਗੁਰੂ ਜੀ ਆਪ ਲਾਜ ਰੱਖਦੇ ਨੇ, ਸਮੇਂ ਸਮੇਂ ਤੇ ਰਹਿਮਤਾਂ ਕਰਦੇ ਨੇ, ਬਖਸ਼ਿਸ਼ ਦੇ ਕੇ
ਆਪਣੇ ਮਾਰਗ ਤੇ ਤੋਰੀ ਰੱਖਦੇ ਨੇ, ਉਹ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਆਖਰੀ ਪੰਕਤੀ, ਵੱਡ ਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਸਿਦਕਾ ਜੈ ਜੀਓ। ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ, ਉਹਨਾਂ ਦੀ ਸੋਚ ਚੰਗੀ ਹੁੰਦੀ ਹੈ, ਉਹਨਾਂ ਦੀ ਲਗਨ ਚੰਗੇ ਪਾਸੇ ਹੁੰਦੀ ਹੈ, ਉਹਨਾਂ ਦੀ ਪ੍ਰੀਤ ਗੁਰੂ ਵੱਲ ਹੁੰਦੀ ਹੈ, ਉਹਨਾਂ ਦੀ ਭਾਵਨਾ ਗੁਰੂ ਵੱਲ ਹੁੰਦੀ ਹੈ, ਰੱਬ ਵੱਲ ਹੁੰਦੀ ਹੈ। ਉਹਨਾਂ ਦੇ ਅੰਦਰ ਭੈ ਗੁਰੂ ਦਾ ਤੇ ਰੱਬ ਦਾ ਹੁੰਦਾ ਹੈ। ਉਹ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਹੁੰਦੀ ਹੈ। ਸਾਰਾ ਕੁਝ ਮਿਲ ਕੇ ਅੰਦਰ ਵੱਡੇ ਭਾਗ ਬਣਦੇ ਨੇ ਸੋਚ ਸੁਭਾਅ ਵਿੱਚ, ਤੇ ਉਹਨਾਂ ਨੂੰ ਸੰਗਤ ਦਾ ਮਿਲਾਪ ਹੁੰਦਾ ਹੈ। ਉਹਨਾਂ ਦੇ ਮਨ ਨੂੰ ਸੱਚ ਦੀ ਸੰਗਤ ਕਰਨੀ ਆ ਜਾਂਦੀ ਹੈ। ਇਹ ਮੇਰੇ ਗੋਬਿੰਦ ਵਾਹਿਗੁਰੂ ਜੀ ਦਾਸ ਨਾਨਕ ਨੇ, ਇਹ ਜੋ ਰੱਬ ਦਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਪ੍ਰਾਪਤ ਕੀਤਾ ਹੈ, ਇਹਦੇ ਨਾਲ ਜੀਵਨ ਸਫਲ ਕਰਨ ਦਾ ਕਾਰਜ ਸਿੱਧ ਹੁੰਦਾ। ਆਖੋ ਵਾਹਿਗੁਰੂ, ਨਾਮ ਸਿੱਧ ਕਾਜੈ ਜੀਓ। ਜੋ ਵੀ ਸੇਵਕ ਬਣ ਜਾਂਦਾ ਹੈ ਗੁਰੂ ਦੇ ਉਪਦੇਸ਼ ਅਨੁਸਾਰ, ਜਦੋਂ ਰੋਜ਼ਾਨਾ ਇਹ ਗੁਰੂ ਕਾ ਖਜ਼ਾਨਾ, ਗੁਰੂ ਦੀ ਬਖਸ਼ੀ ਹੋਈ ਤੁੱਛ ਮੱਤ ਅਨੁਸਾਰ ਇਹ ਖਜ਼ਾਨਾ ਲੈ ਕੇ ਇਸ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ। ਜੇ ਤੁਹਾਨੂੰ ਆਨੰਦ ਆ ਰਿਹਾ, ਸੋਚ ਕੇ ਦੇਖੋ, ਜੇ ਬੱਚਿਆਂ ਨੂੰ ਬਚਪਨ ਤੋਂ ਅਰਥਾਂ ਸਮੇਤ ਸਹਿਜ ਪਾਠ ਕਰਵਾਇਆ ਜਾਵੇ, ਭਾਵੇਂ ਤੁਸੀਂ ਮੈਨੂੰ ਨਹੀਂ ਦਿਸਦੇ, ਪਰ ਮੈਨੂੰ ਪਤਾ ਹੈ ਬਹੁਤ ਬਜ਼ੁਰਗ ਨੇ ਜਿਹੜੇ ਲਾਹਾ ਲੈ ਰਹੇ ਨੇ। ਕਿਸੇ ਘਰ ਵਿੱਚ ਦਾਦੀ ਮਾਂ, ਕਿਸੇ ਘਰ ਵਿੱਚ ਦਾਦਾ ਜੀ, ਨਾਨਾ ਜੀ, ਨਾਨੀ ਮਾਂ ਲਾਹੇ ਲੈ ਰਹੇ ਹੋ ਨਾ। ਬਹੁਤ ਐਸੇ ਬਜ਼ੁਰਗ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰ ਕਦੀ ਅਰਥਾਂ ਸਮੇਤ ਸਹਿਜ ਪਾਠ ਸੋਚਿਆ ਕਿ ਕਰੀਏ। ਆਖੋ ਵਾਹਿਗੁਰੂ, ਕਿੰਨੀ ਜ਼ਿੰਦਗੀ ਨਿਕਲ ਗਈ, 60 ਸਾਲ 70 ਸਾਲ, ਕਦੀ ਅਰਥਾਂ ਸਮੇਤ ਤੇ ਗੱਲ ਦੂਰ ਦੀ ਹੈ, ਕਦੀ ਉਂਝ ਸਹਿਜ ਪਾਠ ਨਹੀਂ ਕਰਕੇ ਦੇਖਿਆ। ਨੌਜਵਾਨ ਵੀਰਾਂ ਭੈਣਾਂ 'ਚ ਵੀ ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਕਦੀ ਆਪ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਨੇਤਰਾਂ ਨਾਲ ਤੇ ਜ਼ੁਬਾਨ ਨਾਲ ਪੜ੍ਹ ਕੇ ਕਦੀ ਦਰਸ਼ਨ ਕੀਤੇ ਹੀ ਨਹੀਂ ਸੀ, ਕਦੀ ਸਹਿਜ ਪਾਠ ਕਰਕੇ ਨਹੀਂ ਸੀ ਦੇਖਿਆ। ਕਿੱਦਾਂ ਹੀ ਕੌਤਕ ਵਾਪਰ ਗਿਆ, ਅਰਥਾਂ ਸਮੇਤ ਸ਼ੁਰੂ ਹੋ ਗਿਆ, ਤਾਂ ਤੁਹਾਨੂੰ ਆਨੰਦ ਤਾਂ ਜ਼ਰੂਰ ਆਉਂਦਾ ਹੋਵੇਗਾ। ਮੈਨੂੰ ਪੱਕਾ ਵਿਸ਼ਵਾਸ ਹੈ ਜਿਨ੍ਹਾਂ ਨੂੰ ਆਨੰਦ ਨਹੀਂ ਆਇਆ, ਕੋਈ ਵੀ ਕਾਰਨ ਹੋ ਸਕਦਾ ਹੈ, ਜਿਨ੍ਹਾਂ ਦੀ ਭਾਵਨਾ ਲਗਨ ਨਹੀਂ ਬਣੀ, ਉਹ 174 ਅੰਗ ਤੱਕ ਨਹੀਂ ਪਹੁੰਚ ਸਕਦੇ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ, ਜਿਹੜਾ ਇੱਕ ਵਾਰੀ 100 ਅੰਗ ਤੱਕ ਅਰਥ ਜਾਣ ਲਵੇ ਨਾ, ਉਹ ਨਹੀਂ ਪਿੱਛੇ ਹਟ ਸਕਦਾ। ਫਿਰ ਉਹਦੇ ਅੰਦਰ ਤਾਂ ਲਗਨ ਬਣ ਜਾਂਦੀ ਹੈ। ਜਿਹੜੇ ਤੁਹਾਡੇ 'ਚੋਂ 174 ਅੰਗ ਤੱਕ ਪਹੁੰਚ ਗਏ ਨੇ, ਉਹਨਾਂ ਨੂੰ ਮਹਿਸੂਸ ਤਾਂ ਹੁੰਦਾ ਹੋਵੇਗਾ ਕਿ ਬਹੁਤ ਕੁਝ ਪ੍ਰਾਪਤ ਹੋ ਰਿਹਾ ਹੈ। ਜੇ ਸਾਨੂੰ ਵੱਡੀ ਉਮਰ ਵਿੱਚ ਆ ਕੇ, ਬੁਢੇਪੇ 'ਚ ਆ ਕੇ ਇਹ ਦਾਤ ਮਿਲੀ ਹੈ, ਸੋਚ ਕੇ ਦੇਖੋ ਜੇ ਬੱਚਿਆਂ ਨੂੰ ਬਚਪਨ ਤੋਂ ਮਿਲੇ, ਕਿੰਨਾ ਕਮਾਲ ਹੋਏਗਾ। ਕਿਹਨੇ ਯਤਨ ਕਰਨੇ ਨੇ? ਆਪਾਂ ਸਾਰਿਆਂ ਨੇ ਰਲ ਕੇ ਯਤਨ ਕਰਨੇ ਨੇ। ਜਿਤਨਾ ਵਿੱਤ ਹੈ ਉਸ ਅਨੁਸਾਰ ਯਤਨ ਕਰਨੇ ਨੇ। ਮੇਰੇ ਕੋਲ ਜਿਤਨਾ ਕੁ ਵਿੱਤ ਹੈ, ਮੈਂ ਯਤਨ ਕਰ ਰਿਹਾ। ਗੁਰੂ ਦੀ ਸੇਵਾ ਗੁਰੂ ਸਾਹਿਬ ਕਰਵਾ ਰਹੇ ਨੇ। ਸਾਡਾ ਆਪਣਾ ਕੁਝ ਵੀ ਨਹੀਂ, ਸਭ ਵਾਹਿਗੁਰੂ ਜੀ ਕਰਵਾ ਰਹੇ ਨੇ, ਗੁਰੂ ਸਾਹਿਬ ਕਰਵਾ ਰਹੇ ਨੇ। ਕਰਦੇ ਰਹਿਣਾ ਚਾਹੀਏ। ਤੁਸੀਂ ਪ੍ਰੇਰਨਾ ਦਿਓ, ਆਪਣੇ ਆਪਣੇ ਭਰਾਵਾਂ ਦੇ, ਵੀਰਾਂ ਦੇ ਘਰ ਵਿੱਚ ਦੇਖੋ, ਉਹਨਾਂ ਦਾ ਕੋਈ ਪਰਿਵਾਰਕ ਮੈਂਬਰ, ਉਹਨਾਂ ਦੇ ਬੱਚੇ ਕਿਤੇ ਰਹਿ ਤਾਂ ਨਹੀਂ ਗਏ ਅਰਥਾਂ ਸਮੇਤ ਸਹਿਜ ਪਾਠ ਕਰਨ ਤੋਂ। ਆਪਣੀਆਂ ਭੈਣਾਂ ਦੇ ਘਰਾਂ ਵਿੱਚ ਦੇਖੋ, ਕਿਤੇ ਰਹਿ ਤਾਂ ਨਹੀਂ ਗਏ। ਰਿਸ਼ਤੇਦਾਰਾਂ ਦੇ ਦੇਖੋ, ਸਹੁਰੇ ਪਰਿਵਾਰ ਵਿੱਚ ਕੋਈ ਰਹਿ ਤਾਂ ਨਹੀਂ ਗਿਆ, ਮਾਸੀ ਦੇ ਪਰਿਵਾਰ ਵਿੱਚ ਕੋਈ ਰਹਿ ਤਾਂ ਨਹੀਂ ਗਿਆ, ਮਾਮੇ ਦੇ ਪਰਿਵਾਰਾਂ ਵਿੱਚ ਕੋਈ ਰਹਿ ਤਾਂ ਨਹੀਂ ਗਿਆ। ਪ੍ਰੇਰਿਤ ਕਰੋ। ਪ੍ਰੇਰਨਾ ਦੇਣੀ ਬਹੁਤ ਵੱਡਾ ਪਰਉਪਕਾਰ ਹੈ। ਪ੍ਰੇਰਨਾ ਖੁਦ ਵਾਹਿਗੁਰੂ ਜੀ ਦੀ ਆਪਣੇ ਆਪ ਵਿੱਚ ਹੀ ਬਖਸ਼ਿਸ਼ ਹੈ। ਬਖਸ਼ਿਸ਼ ਤੋਂ ਬਿਨਾਂ ਪ੍ਰੇਰਨਾ ਦਿੱਤੀ ਨਹੀਂ ਜਾ ਸਕਦੀ। ਬਸ ਜਦੋਂ ਪ੍ਰੇਰਨਾ ਦੇਣੀ ਹੈ, ਕਹਿਣਾ ਵਾਹਿਗੁਰੂ ਜੀ ਇਹ ਤੁਹਾਡੀ ਦਿੱਤੀ ਦਾਤ ਹੈ, ਬਸ ਤੁਹਾਡੇ ਲਈ ਹੀ। ਘਰ ਘਰ ਤੱਕ ਸੰਦੇਸ਼ ਪਹੁੰਚਣੇ ਚਾਹੀਏ। ਖੁਦਾ ਅਰਥਾਂ ਸਮੇਤ ਸਹਿਜ ਪਾਠ ਕਰੋ। ਮੈਂ ਰਿਣੀ ਹਾਂ, ਸੀਸ ਨਿਵਾਉਣਾ ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਾਰੇ ਵੀਰਾਂ ਨਾਲ, ਜਿਹੜੇ ਇਸ ਨੂੰ ਵੱਡੀ ਪੱਧਰ 'ਤੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿੱਚ ਇਸ ਲਹਿਰ ਨੂੰ ਲੈ ਕੇ ਗਏ। ਮੈਂ ਸੀਸ ਝੁਕਾਉਣਾ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਪ੍ਰੇਰਿਤ ਕੀਤਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਪ੍ਰੇਰਨਾ ਦਿੰਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।